ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਤੁੱਛ ਜੀ ਮਤ ਅਨੁਸਾਰ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਵੰਡਣ ਦੀ ਭਾਵਨਾ ਦੇ ਨਾਲ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੁੰਦਾ ਹਾਂ। ਆਪਾਂ ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 364 ਦੇ ਉੱਪਰ ਅੰਕਿਤ ਆਸਾ ਰਾਗ ਦੇ ਸ਼ਬਦ ਚੱਲ ਰਹੇ ਨੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ। ਆਓ ਲਾਹਾ ਪ੍ਰਾਪਤ ਕਰੀਏ ਜੀ। ਆਸਾ ਮਹੱਲਾ ਤੀਜਾ, ਪੰਚਪਦੇ। ਆਸਾ ਰਾਗ ਹੈ, 5 ਪਦਿਆਂ ਦਾ ਸ਼ਬਦ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ, ਸ਼ਬਦ ਮਰੈ ਇਸ ਸਦਾ ਆਨੰਦ। ਸ਼ਬਦ ਦੇ ਅਰਥ ਹੈ ਉਪਦੇਸ਼। ਗੁਰੂ ਪਾਤਸ਼ਾਹ ਦੇ ਉਪਦੇਸ਼ ਜਦੋਂ ਚੰਗੇ ਲੱਗਦੇ ਨੇ, ਅਸੀਂ ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਜਦੋਂ ਪੜਚੋਲਦੇ ਹਾਂ, ਫਿਰ ਉਹ ਉਪਦੇਸ਼ ਮੰਨਣ ਦਾ ਜਦੋਂ ਅੰਦਰ ਇੱਕ ਪ੍ਰੀਤ, ਇੱਕ ਜਜ਼ਬਾ ਪੈਦਾ ਹੋ ਜਾਂਦਾ ਹੈ, ਉਹਦੇ ਨਾਲ ਫਿਰ ਸਾਡਾ ਸੁਭਾਅ ਬਦਲਦਾ ਹੈ। ਉਪਦੇਸ਼ ਨੇ ਸਾਨੂੰ ਬਹੁਤ ਸਾਰੇ ਉਹ ਰਸ, ਉਹ ਸਵਾਦ ਨੇ ਜਿਹੜੇ ਸਾਨੂੰ ਬੜੇ ਚੰਗੇ ਲੱਗਦੇ ਨੇ। ਨਿੰਦਾ ਚੁਗਲੀ ਕਰਨੀ, ਚਾਪਲੂਸੀਆਂ ਕਰਨੀਆਂ, ਆਪਣਾ ਸਵਾਰਥ ਪੂਰਾ ਕਰ ਲੈਣਾ, ਝੂਠ ਬੋਲ ਕੇ ਆਪਣਾ ਮਤਲਬ ਕੱਢ ਲੈਣਾ, ਹੰਕਾਰ, ਵਿਖਾਵਾ, ਬੜੀਆਂ ਐਸੀਆਂ ਆਦਤਾਂ ਨੇ। ਉਸ ਪਾਸੇ ਤੋਂ ਫਿਰ ਇਹ ਸੁਭਾਅ, ਸੋਚ ਮਰ ਜਾਂਦੀ ਹੈ। ਫਿਰ ਇਹ ਪਾਸਾ ਚੰਗਾ ਨਹੀਂ ਲੱਗਦਾ। ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਉਹ ਦੂਜੇ ਭਾਵ ਤੋਂ, ਦੂਜੇ ਪਾਸੇ ਤੋਂ ਇਹ ਸੋਚ ਮਰ ਜਾਂਦੀ ਹੈ, ਸੁਭਾਅ ਮਰ ਜਾਂਦਾ, ਉਸ ਪਾਸੇ ਤੋਂ ਹਟ ਗਿਆ, ਤਾਂ ਅੰਦਰ ਸਦਾ ਆਨੰਦ ਪੈਦਾ ਹੋ ਗਿਆ। ਕਿਉਂਕਿ ਗੁਰੂ ਪਾਤਸ਼ਾਹ ਦੇ ਹੁਕਮ ਮੰਨ ਕੇ ਜੀਵਨ ਜਿਉਣ ਦਾ ਜੋ ਆਨੰਦ ਹੈ, ਉਸ ਵਿੱਚ ਸੰਤੁਸ਼ਟੀ ਬਹੁਤ ਹੈ। ਉਸ ਸੰਤੁਸ਼ਟੀ ਦੇ ਨਾਲ ਸ਼ੁਕਰਾਨਾ ਵੀ ਹੈ, ਤੇ ਸੰਤੁਸ਼ਟੀ ਤੇ ਸ਼ੁਕਰਾਨੇ ਦੇ ਨਾਲ ਹੀ ਆਨੰਦ ਪੈਦਾ ਹੁੰਦਾ ਹੈ। ਇਸ ਨੂੰ ਆਤਮਿਕ ਸੁੱਖ ਵੀ ਕਹਿੰਦੇ ਨੇ। ਪ੍ਰਾਪਤ ਕਿਵੇਂ ਹੁੰਦਾ ਹੈ? ਸਤਿਗੁਰ ਭੇਟੇ ਗੁਰ ਗੋਬਿੰਦ। ਸਤਿਗੁਰ ਰੱਬ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ, ਤੇ ਉਹ ਸੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਹੈ। ਜਦੋਂ ਅਸੀਂ ਅਰਥ ਸਮਝਾਂਗੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਾਂਗੇ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ, ਉਹ ਰੱਬੀ ਆਵਾਜ਼ ਹੈ, ਉਹ ਸਤਿਗੁਰ ਸਰੂਪ ਹੈ, ਰੱਬ ਆਪ ਹੈ। ਪ੍ਰਾਪਤ ਕਿਵੇਂ ਹੋਏਗੀ? ਗੁਰ ਦੀ ਸ਼ਰਨ ਲੈਣੀ ਪਵੇਗੀ, ਉਪਦੇਸ਼ ਦੀ, ਸਿੱਖਿਆ ਦੀ ਸ਼ਰਨ, ਭਾਵ ਸਰੈਂਡਰ, ਉਪਦੇਸ਼ ਨੂੰ ਮੰਨਣਾ। ਉਪਦੇਸ਼ ਨੂੰ ਮੰਨਣਾ ਹੀ ਗੋਬਿੰਦ ਦੀ ਸ਼ਰਨ ਹੈ, ਰੱਬ ਦੀ ਸ਼ਰਨ ਹੈ। ਜਦੋਂ ਇਹ ਜੀਵਨ ਜਿਉਣਾ ਆ ਗਿਆ, ਨਾ ਫਿਰ ਮਰੈ ਨਾ ਆਵੈ ਜਾਏ, ਫਿਰ ਅੰਦਰ ਗੁਣ ਮਰਦੇ ਨਹੀਂ, ਨਿਮਰਤਾ ਮਰਦੀ ਨਹੀਂ। ਹਰ ਹਾਲਾਤ ਵਿੱਚ ਨਿਮਰਤਾ ਵਿੱਚ ਜਿਉਂਦਾ ਹੈ, ਹਰ ਹਾਲਾਤ ਵਿੱਚ ਸਬਰ ਸੰਤੋਖ ਵਿੱਚ ਜਿਉਂਦਾ ਹੈ। ਜਦੋਂ ਗੁਣ ਨਹੀਂ ਮਰਦੇ, ਆਪਣੇ ਆਪ ਫਿਰ ਔਗਣ ਨਹੀਂ ਜਨਮ ਹੁੰਦੇ। ਫਿਰ ਇੱਦਾਂ ਇਹ ਜਿਹੜਾ ਅੰਦਰ ਜਨਮ ਮਰਨ ਹੈ, ਉਹਦੇ ਤੋਂ ਬਚ ਜਾਂਦਾ ਹੈ। ਇਹ ਭਟਕਣਾ ਨਹੀਂ ਰਹਿੰਦੀ ਮਨ ਦੀ। ਮਨ ਨੂੰ ਆਪਣੇ ਮਿਸ਼ਨ ਤੇ ਤੁਰਨ ਦਾ ਇੱਕ ਵਿਸ਼ਵਾਸ ਵੱਜ ਜਾਂਦਾ ਹੈ, ਸੋਝੀ ਆ ਜਾਂਦੀ ਹੈ, ਇਹੋ ਹੀ ਅਸਲੀ ਮਾਰਗ ਹੈ। ਪੂਰੇ ਗੁਰ ਤੇ ਸਾਚ ਸਮਾਏ। ਉਹ ਜੋ ਪੂਰਾ ਗਿਆਨ ਹੈ, ਸੱਚਾ ਗਿਆਨ ਹੈ, ਪੂਰਾ ਉਪਦੇਸ਼, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੈ। ਜਿਉਂ-ਜਿਉਂ ਜ਼ਿੰਦਗੀ 'ਚ ਜਿਉਵਾਂਗੇ, ਫਿਰ ਹਰ ਵਰਤਾਰੇ ਵਿੱਚ ਉਹ ਗਿਆਨ ਮਿਲਦਾ ਹੈ। ਉਸ ਰਾਹੀਂ ਹੀ ਇਸ ਸੱਚ ਵਿੱਚ ਸਮਾਇਆ ਜਾਂਦਾ ਹੈ। ਪੂਰੇ ਗੁਰ ਤੇ ਸੱਚ ਸਮਾਏ, ਜਿਨ ਕੋ ਨਾਮ ਲਿਖਿਆ ਧੁਰ ਲੇਖ। ਜਿਨ੍ਹਾਂ ਦੇ ਧੁਰ ਤੋਂ ਭਾਵ ਹੈ ਹਿਰਦਾ, ਹਿਰਦੇ ਵਿੱਚ ਹੈ ਵਾਸ਼ਨਾਵਾਂ,
ਜਿਹਦੇ ਅੰਦਰ ਇਹ ਤੜਫ ਪੈਦਾ ਹੋ ਗਈ, ਅੰਦਰ ਵਾਸ਼ਨਾ ਪੈਦਾ ਹੋ ਗਈ, ਮੈਂ ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼ ਨੂੰ ਸਮਝਾਂ ਤੇ ਜ਼ਿੰਦਗੀ 'ਚ ਜਿਵਾਂ। ਉਹ ਜਿਹੜੀ ਅੰਦਰ ਭਾਵਨਾ ਹੈ ਨਾ, ਅੰਦਰ ਵਿਸ਼ਵਾਸ ਹੈ, ਉਹਨੇ ਸਾਡੇ ਅੰਦਰ ਸੋਚ ਲਿਖ ਦੇਣੀ ਹੈ। ਉਹ ਲੇਖ ਹੈ, ਮਸਤਕ ਦੇ ਲੇਖ ਹੈ। ਜਿੰਨਾ ਚਿਰ ਭਾਵਨਾ ਨਹੀਂ, ਉਹਨਾਂ ਚਿਰ ਸੋਚ ਹੀ ਨਹੀਂ। ਅੰਦਰ ਤੜਫ ਹੀ ਨਹੀਂ ਤੇ ਉਸ ਪਾਸੇ ਸੋਚੇਗਾ ਹੀ ਨਹੀਂ। ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣ ਗਈ ਗੁਰੂ ਦੇ ਉਪਦੇਸ਼ ਮੰਨ ਕੇ ਰੱਬੀ ਮਿਸ਼ਨ ਤੇ ਤੁਰਨ ਦੀ, ਉਹਨਾਂ ਦੇ ਅੰਦਰ ਇਹ ਸੋਚ ਲਿਖੀ ਗਈ ਤੇ ਉਹਨਾਂ ਨੂੰ ਪ੍ਰਾਪਤ ਹੋ ਗਿਆ। ਤੇ ਅਨ ਦਿਨ ਨਾਮ ਸਦਾ ਧਿਆਵ ਹੈ, ਗੁਰ ਪੂਰੇ ਤੇ ਭਗਤ ਵਿਸ਼ੇਖ ਰਹਾਓ। ਉਹ ਦਿਨ ਰਾਤ ਹਰ ਵੇਲੇ ਰੱਬ ਦੀ ਭੈ ਭਾਵਨੀ ਵਿੱਚ ਫੈਸਲਾ ਲੈਂਦੇ ਨੇ। ਉਹ ਹਰ ਵੇਲੇ ਰੱਬੀ ਉਪਦੇਸ਼ ਨੂੰ ਧਿਆਨ ਵਿੱਚ ਰੱਖਦੇ ਨੇ, ਧਿਆਉਂਦੇ ਨੇ। ਉਹ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ। ਇਹ ਜੋ ਗੁਰ ਸਰੂਪ ਹੈ, ਸੱਚਾ ਗਿਆਨ ਹੈ, ਪੂਰਾ ਗਿਆਨ ਹੈ, ਗੁਰਪੂਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜੋ ਸਿੱਖਿਆਵਾਂ ਨੇ, ਉਹਦੇ ਤੋਂ ਇਹ ਜਿਹੜਾ ਜੀਵਨ ਮਿਲਿਆ, ਜੀਵਨ ਹੀ ਭਗਤੀ ਹੈ। ਇਸ ਭਗਤੀ ਦੀ ਵਿਸ਼ੇਸ਼ਤਾ ਕੀ ਹੈ? ਵਿਸ਼ੇਖ, ਵਿਸ਼ੇਖ ਐਕਚੁਅਲੀ ਮੱਥੇ ਤੇ ਲਾਏ ਟਿੱਕੇ ਨੂੰ ਕਹਿੰਦੇ ਸੀ ਵੀ ਇਹ ਧਰਮੀ ਹੈ ਜੀ, ਇਹ ਭਗਤੀ ਕਰਦਾ ਜੀ, ਤਾਂ ਉਹਦੇ ਮੱਥੇ ਤੇ ਟਿੱਕਾ ਲਾਇਆ ਜਾਂਦਾ। ਜ਼ਰੂਰੀ ਨਹੀਂ ਹੈ ਕਿਸੇ ਦਾ ਪਹਿਰਾਵਾ ਹੈ ਤਾਂ ਉਹਦਾ ਜੀਵਨ ਵੀ ਭਗਤੀ ਹੋਏਗਾ, ਕਿਸੇ ਦਾ ਪਹਿਰਾਵਾ ਹੈ ਤੇ ਉਹਦਾ ਜੀਵਨ ਵੀ, ਉਹਦਾ ਸੁਭਾਅ ਸੋਚ ਧਰਮੀ ਹੋਏਗਾ, ਜ਼ਰੂਰੀ ਨਹੀਂ ਹੈ। ਕਈ ਵਾਰੀ ਪਹਿਰਾਵਾ ਹੈ, ਸੁਭਾਅ ਚੁਸਤ ਚਲਾਕੀਆਂ ਵਾਲਾ ਹੈ, ਆਪਣਾ ਸਵਾਰਥ ਪੂਰਾ ਕਰਨਾ, ਚਾਪਲੂਸੀਆਂ ਕਰਕੇ ਸਵਾਰਥ ਪੂਰਾ ਕਰਨਾ, ਨਫ਼ਰਤ ਧੜੇਬੰਦੀ ਵਿੱਚ ਫਸੇ ਹੋਣਾ। ਇਸ ਲਈ ਜੀਵਨ ਜਿਉਣ ਦੀ ਜੁਗਤ ਆ ਗਈ। ਉਹ ਜਿਹੜੀ ਭਗਤੀ ਹੈ ਨਾ, ਉਹੀ ਵਿਸ਼ੇਖ ਹੈ, ਉਹੀ ਟਿੱਕਾ ਹੈ, ਉਹੀ ਇਹਦੀ ਵਿਸ਼ੇਸ਼ ਨਿਸ਼ਾਨੀ ਹੈ। ਬਾਹਰਲੇ ਪਹਿਰਾਵੇ ਉਨਾ ਚਿਰ ਕੋਈ ਮਾਇਨੇ ਨਹੀਂ ਰੱਖਦੇ ਜਿੰਨਾ ਚਿਰ ਸੋਚ ਸੁਭਾਅ ਦੇ ਵਿੱਚ ਧਰਮ ਨਹੀਂ ਆਉਂਦਾ। ਇਹ ਸੈਂਟਰਲ ਆਈਡੀਆ ਹੈ ਸ਼ਬਦ ਦਾ। ਰਹਾਓ ਜਿਨ ਕਹੋ ਹਰ ਪ੍ਰਭ ਲਏ ਮਲਾਏ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਜਿਹੜੇ ਪਾਤਰ ਬਣਦੇ ਨੇ, ਉਹਨਾਂ ਨੂੰ ਪ੍ਰਭੂ ਜੀ ਆਪ ਮਿਲਾਪ ਕਰਵਾ ਦਿੰਦੇ ਨੇ। ਇਹ ਗੱਲਾਂ ਚੰਗੀਆਂ ਲੱਗਦੀਆਂ। ਅਸੀਂ ਯਤਨ ਕਰਨੇ ਨੇ, ਉਦਮ ਕਰਨਾ, ਰਿਜ਼ਲਟ ਸਾਡੇ ਹੱਥ ਵਿੱਚ ਨਹੀਂ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤਾਂ ਕਰਨੀਆਂ ਹੁੰਦੀਆਂ। ਜਿਨ੍ਹਾਂ ਨੂੰ ਵਾਹਿਗੁਰੂ ਜੀ ਮਿਲਾਪ ਕਰਵਾਉਂਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਬਖਸ਼ਿਸ਼ ਦਿੰਦੇ ਨੇ, ਉਹਨਾਂ ਦੀ ਨਿਸ਼ਾਨੀ ਤਿਨ ਕੀ ਗਾਹਣ ਗਤ ਕਹੀ ਨਾ ਜਾਏ। ਉਹਨਾਂ ਦੀ ਜਿਹੜੀ ਅਵਸਥਾ ਹੈ ਨਾ ਅੰਦਰਲੀ, ਉਹ ਬੜੀ ਡੂੰਘੀ ਹੈ, ਬੜੀ ਗਹਿਰੀ ਹੈ। ਗਾਹਣ ਗਤ, ਡੂੰਘੀ ਅਵਸਥਾ। ਉਹਨਾਂ ਨੂੰ ਤੁਸੀਂ ਜਿੰਨਾ ਜਾਣੋਗੇ, ਜਿੰਨਾ ਸਮਝੋਗੇ, ਪਤਾ ਲੱਗੇਗਾ ਹੋਰ ਵੀ ਹੈ। ਜੇ ਕਿਸੇ ਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਦੇ ਕੇ ਜਜ਼ਬਾ ਦਿੱਤਾ ਪਰਉਪਕਾਰ ਦਾ, ਇੱਕ ਜਨੂਨ ਦਿੱਤਾ ਹੈ, ਤੁਸੀਂ ਉਹਦੇ ਜਜ਼ਬੇ ਨੂੰ ਸਮਝਣ ਦਾ ਯਤਨ ਕਰੋ। ਜਿੰਨਾ ਕੁ ਸਮਝੋਗੇ ਤੁਹਾਨੂੰ ਲੱਗੇਗਾ ਇਹਦੇ ਅੰਦਰ ਜਜ਼ਬਾ ਹੋਰ ਵੀ ਹੈ। ਕਮਾਲ ਹੈ ਬਈ, ਹਰ ਹਾਲਾਤ ਵਿੱਚ ਜੂਝਦਾ ਹੈ। ਇਸ ਲਈ ਉਹ ਅਵਸਥਾ ਮਾਪੀ ਨਹੀਂ ਜਾ ਸਕਦੀ, ਬੜੀ ਗਹਿਰਾਈ ਹੁੰਦੀ ਹੈ। ਪੂਰੇ ਸਤਿਗੁਰ ਦਿੱਤੀ ਵਡਿਆਈ। ਇਹ ਜਿਹੜੀ ਵਡਿਆਈ ਹੈ, ਬਖਸ਼ਿਸ਼ ਹੈ, ਦਿੱਤੀ ਕਿਹਨੇ? ਰੱਬ ਦੇ ਸਤਿਗੁਰ ਸਰੂਪ ਨੇ, ਜੋ ਗੁਰਬਾਣੀ ਦੇ ਅੰਦਰ ਹੈ, ਸੱਚਾ ਗਿਆਨ, ਉਸ ਨੂੰ ਮੰਨਿਆ, ਉਹਨਾਂ ਸੱਚੇ ਗਿਆਨ ਅਨੁਸਾਰ ਜੀਵਨ ਜਿਉਇਆ, ਉਸ ਵਿੱਚੋਂ ਇਹ ਬਖਸ਼ਿਸ਼ ਮਿਲੀ। ਉੱਤਮ ਪਦਵੀ ਹਰ ਨਾਮ ਸਮਾਈ। ਜਿਹੜੇ ਰੱਬ ਦੇ ਉਪਦੇਸ਼ ਵਿੱਚ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ, ਰੱਬ ਦੇ ਨਿਜ਼ਮ ਵਿੱਚ ਹਰ ਵੇਲੇ ਸਮਾਏ ਰਹਿੰਦੇ ਨੇ, ਇਹ ਉਹਨਾਂ ਦੀ ਸਭ ਤੋਂ ਉੱਚੀ ਪਦਵੀ ਹੈ। ਬਹੁਤ ਕੀਮਤੀ ਜੀਵਨ ਹੈ। ਜੋ ਕਿਛ ਕਰੇ ਸੋ ਆਪੇ ਆਪ। ਇਹ ਰੱਬ ਨੇ ਇੱਕ ਬੜਾ ਕਮਾਲ ਦਾ ਆਪਰੇਟਿੰਗ ਸਿਸਟਮ ਬਣਾਇਆ ਹੈ। ਉਹਦੇ ਨਿਜ਼ਮ ਨੂੰ ਫੋਲੋ ਕਰਨ ਦਾ ਤਰੀਕਾ ਗੁਰਬਾਣੀ ਨੇ ਜਿਸ ਸੁਭਾਅ ਤੋਂ ਰੋਕਿਆ, ਉਹ ਸੁਭਾਅ ਬਦਲਣਾ ਪਵੇ। ਜਿਹੜੀ ਸੋਚ ਤੋਂ ਰੋਕਿਆ, ਸੋਚ ਬਦਲਣੀ ਪਵੇਗੀ। ਉਹਦੇ ਨਿਜ਼ਮ ਨੂੰ ਫੋਲੋ ਕਰਕੇ, ਉਹਦੇ ਨਿਜ਼ਮ ਵਿੱਚ ਹੀ ਸਭ ਕੁਝ ਹੋ ਰਿਹਾ, ਨਿਜ਼ਮ ਤੋਂ ਬਾਹਰ ਨਹੀਂ। ਉਹ ਆਪਣੇ ਨਿਜ਼ਮ ਰਾਹੀਂ ਸਭ ਕੁਝ ਕਰ ਰਿਹਾ। ਇੱਕ ਘੜੀ ਮੈਂ ਥਾਪ ਥਾਪ, ਉਹ ਚਾਹੇ ਤੇ 1 ਸੈਕਿੰਡ ਵਿੱਚ ਪੈਦਾ ਕਰ ਦੇਵੇ, ਚਾਹੇ ਤੇ 1 ਸੈਕਿੰਡ ਵਿੱਚ ਖਤਮ ਕਰ ਦੇਵੇ। ਬੜਾ ਪਿਆਰਾ ਇੱਕ ਸ਼ਬਦ ਹੈ। ਉਸ ਵਿੱਚ ਰੱਬ ਦੀਆਂ ਸ਼ਕਤੀਆਂ 2 ਤਰ੍ਹਾਂ ਦੀਆਂ ਦਿਖਾਈਆਂ ਨੇ। ਇੱਕ ਉਹ ਸ਼ਕਤੀਆਂ ਜਿਹਨੂੰ ਧਿਆਨ ਕਰਾਂਗੇ, ਮਹਿਸੂਸ ਕਰਾਂਗੇ, ਅੰਦਰ ਪ੍ਰੇਮ ਜਾਗੇਗਾ। ਦੂਸਰੀਆਂ ਉਹ ਸ਼ਕਤੀਆਂ ਜਿਨ੍ਹਾਂ ਨੂੰ ਅਸੀਂ ਜ਼ਿਹਨ ਵਿੱਚ ਲਿਆਵਾਂਗੇ, ਅੰਦਰ ਭੈ ਜਾਗੇਗਾ। ਉਹ ਸ਼ਬਦ ਹੈ, ਧਰਤੀ ਤੇ ਆਕਾਸ਼ ਚੜਾਵਾ, ਚੜ੍ਹੈ ਆਕਾਸ਼ ਗਿਰਾਵਾ।
ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਤਰੱਕੀਆਂ ਦੇਣ ਤੇ ਉਹਨੇ 1 ਸੈਕਿੰਡ ਵਿੱਚ ਦੇ ਦਿੰਦੇ। ਕਿਸੇ ਤਰੱਕੀਆਂ ਵਾਲੇ ਨੂੰ ਮੁੱਦੇ ਮੂੰਹ ਸਿੱਟਣਾ ਹੋਵੇ, 1 ਸੈਕਿੰਡ ਦੇ ਵਿੱਚ ਮੁੱਦੇ ਮੂੰਹ ਡਿੱਗ ਪੈਂਦਾ। ਉਹਦੀਆਂ ਸ਼ਕਤੀਆਂ ਦੇ ਸਾਹਮਣੇ ਸਭ ਕੁਝ ਤੁੱਛ ਹੈ। ਇੱਕ ਘੜੀ ਮੈਂ ਥਾਪੋ ਥਾਪ, ਘੜੀ ਦੇ ਵਿੱਚ 1 ਸੈਕਿੰਡ ਵਿੱਚ ਹੀ ਪੈਦਾ ਕਰ ਸਕਦਾ ਹੈ ਤੇ 1 ਸੈਕਿੰਡ ਵਿੱਚ ਹੀ ਕੁਝ ਵੀ ਨਾਸ਼ ਕਰ ਸਕਦਾ। ਕਹਿਣਾ ਹੈ ਆਖ ਸੁਣਾਏ। ਜੇ ਕੋਈ ਐਵੇਂ ਕਹਿ ਕੇ ਗੱਲਾਂ ਸੁਣ ਕੇ ਇੱਧਰੋਂ ਸੁਣਾ ਰਿਹਾ, ਕਿਤੋਂ ਪੜ੍ਹ ਕੇ ਸੁਣਾ ਰਿਹਾ ਨਾ, ਉਹ ਨਹੀਂ ਬਾਤ ਬਣਦੀ। ਜਿੰਨਾ ਚਿਰ ਜ਼ਿੰਦਗੀ ਵਿੱਚ ਵਾਪਰਿਆ ਨਹੀਂ, ਉਸ ਨੂੰ ਜ਼ਿੰਦਗੀ 'ਚ ਹੰਢਾਇਆ ਨਹੀਂ, ਉਹਨਾਂ ਚਿਰ ਪਿਆਰਿਆ ਤੇਰੀਆਂ ਕਹੀਆਂ ਹੋਈਆਂ ਗੱਲਾਂ ਸੁਣੀਆਂ ਸੁਣਾਈਆਂ। ਜੇ ਸੌ ਘਾਲੇ ਥਾਏ ਨਾ ਪਾਏ, ਤੇ ਜਿਹੜਾ ਸੁਣੀ ਸੁਣਾਈ ਤੇ ਇੱਧਰੋਂ ਪੜ੍ਹ ਕੇ ਇੱਧਰੋਂ ਸੁਣ ਕੇ ਸੁਣਾ ਰਿਹਾ ਨਾ, ਉਹ ਲੱਖ ਯਤਨ ਕਰੀ ਜਾ ਰਿਹਾ, ਪ੍ਰਵਾਨ ਨਹੀਂ ਹੁੰਦਾ, ਆਏ ਨਹੀਂ ਪੈਂਦਾ। ਉਹਦਾ ਸੁਭਾਅ ਹੀ ਨਹੀਂ ਬਦਲਦਾ, ਉਹਦੀ ਸੋਚ ਹੀ ਨਹੀਂ ਬਦਲਦੀ। ਇੱਧਰੋਂ ਸੁਣ ਲਿਆ ਸੁਣਾ ਦਿੱਤਾ, ਇੱਧਰੋਂ ਪੜ੍ਹ ਲਿਆ ਸੁਣਾ ਦਿੱਤਾ, ਨਿੰਦਕ ਦਾ ਨਿੰਦਕ ਰਹਿ ਗਿਆ, ਧੜੇਬੰਦੀਆਂ ਵਿੱਚ ਫਸਿਆ ਰਹਿ ਗਿਆ। ਉਸ ਚਲਾਕੀਆਂ ਅੰਦਰ ਬੈਠੀਆਂ ਨੇ, ਸਵਾਰਥ ਪੂਰਾ ਕਰਨ ਦਾ ਲੋਭ ਬੈਠਾ ਹੈ। ਇਹਨੂੰ ਮਹਿਲ ਹੀ ਨਹੀਂ ਮਿਲਿਆ, ਇਹ ਜੀਵਨ ਜਿਉਣ ਦੀ ਯੁਕਤੀ ਨਹੀਂ ਮਿਲੀ। ਜਿਨ ਕਹਿ ਪੋਤੈ ਪੁੰਨ ਤਿਨਾ ਗੁਰੂ ਮਿਲਾਏ। ਪੋਤਾ ਹੁੰਦਾ ਖਜ਼ਾਨਾ, ਆ ਸਾਡੀ ਚੇਤਾ ਸ਼ਕਤੀ ਹੈ, ਇੱਕ ਖਜ਼ਾਨਾ ਹੈ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੀ ਯਾਦ ਹੈ, ਵਾਹਿਗੁਰੂ ਜੀ ਦੇ ਗੁਣਾਂ ਦੀ ਯਾਦ ਹੈ, ਗੁਰਬਾਣੀ ਦੇ ਉਪਦੇਸ਼ ਯਾਦ ਨੇ, ਚੇਤਾ ਸ਼ਕਤੀ ਵਿੱਚ ਬੈਠੇ ਨੇ, ਤੇ ਫਿਰ ਉਹਨਾਂ ਉਪਦੇਸ਼ਾਂ ਅਨੁਸਾਰ ਪਰਉਪਕਾਰ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਦੂਸਰਿਆਂ ਦੇ ਭਲੇ ਲਈ ਕਰਦੇ ਨੇ, ਗੁਣਾਂ ਵਿੱਚ ਫੈਸਲੇ ਲੈਂਦੇ ਨੇ। ਇਹ ਪੁੰਨ ਹੈ ਉਹਨਾਂ ਦੇ ਖਜ਼ਾਨੇ ਵਿੱਚ। ਚੇਤਾ ਸ਼ਕਤੀ ਵੀ ਖਜ਼ਾਨਾ ਹੈ, ਭਾਵਨਾ ਵੀ, ਹਿਰਦਾ ਵੀ ਖਜ਼ਾਨਾ ਹੈ, ਸੋਚ ਵੀ ਇੱਕ ਖਜ਼ਾਨਾ ਹੈ। ਜਿਨ੍ਹਾਂ ਦੀ ਸੋਚ ਵਿੱਚ ਦੂਸਰਿਆਂ ਲਈ ਕੁਝ ਕਰਨ ਦਾ ਹੈ, ਪੁੰਨ ਹੈ, ਪੁੰਨ ਦਾ ਖਜ਼ਾਨਾ ਹੈ, ਭਾਵਨਾ ਵਿੱਚ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੇ ਮਿਸ਼ਨ ਤੇ ਤੁਰਨ ਦਾ, ਦੂਜਿਆਂ ਲਈ ਆਪਾ ਵਾਰਨ ਦਾ ਇੱਕ ਭਾਵਨਾ, ਗੁਣ, ਜਜ਼ਬਾ ਹੈ, ਉਹਨਾਂ ਦੇ ਖਜ਼ਾਨੇ 'ਚ ਪੁੰਨ ਹੈ। ਤੇ ਤਿੰਨਾਂ ਗੁਰੂ ਮਿਲਾਏ, ਗੁਰੂ ਪਾਤਸ਼ਾਹ ਨੇ ਫਿਰ ਇਹ ਮਾਰਗ ਮਿਲਾ ਦੇਣਾ, ਮਾਰਗ ਚੰਗਾ ਲੱਗਣਾ। ਸੱਚ ਬਾਣੀ ਗੁਰ ਸ਼ਬਦ ਸੁਣਾਏ, ਉਹ ਜੋ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੰਨੀ ਬਾਣੀ, ਵੱਖ-ਵੱਖ ਗੁਰਬਾਣੀ ਦੇ ਰਚਨਹਾਰਿਆਂ ਨੇ ਉਚਾਰਨ ਕੀਤੀ। ਗੁਰੂ ਨਾਨਕ ਪਾਤਸ਼ਾਹ ਤੋਂ 250 ਸਾਲ ਪਹਿਲਾਂ ਭਗਤ ਫਰੀਦ ਜੀ ਵਰਗਿਆਂ ਨੇ, ਫਿਰ 2 ਸਦੀਆਂ ਪਹਿਲਾਂ, 1.5 ਸਦੀ ਪਹਿਲਾਂ ਭਗਤ ਜੈਦੇਵ ਜੀ, ਭਗਤ ਅਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ। ਇਹ ਜਿਹੜੀ ਬਾਣੀ ਹੈ, ਸੱਚਾ ਗਿਆਨ ਹੈ, ਰੱਬ ਦਾ ਸੱਚਾ ਗਿਆਨ ਰੂਪ ਹੈ। ਇਹ ਜੋ ਸੱਚੀ ਬਾਣੀ ਹੈ, ਸਦੀਵੀ ਬਾਣੀ ਹੈ, ਸਦੀਵੀ ਉਪਦੇਸ਼ ਹੈ, ਸਦੀਵੀ ਗਿਆਨ ਹੈ। ਇਹਦੇ ਵਿੱਚ ਜੀਵਨ ਜਿਉਣ ਦਾ ਇੱਕ ਗੁਰ ਦੱਸਿਆ ਗਿਆ, ਗੁਰ ਦਿੱਤੇ ਗਏ, ਟੈਕਨੀਕ, ਉਹ ਗੁਰ ਸਰੂਪ ਹੈ। ਉਸ ਗੁਰ ਸਰੂਪ ਦੇ ਵਿੱਚ ਸ਼ਬਦ ਹੈ, ਉਪਦੇਸ਼ ਹੈ। ਸੁਣਾਏ, ਜਿਨ੍ਹਾਂ ਦੇ ਅੰਦਰ ਸੋਚ, ਸੁਭਾਅ, ਮਤ ਤੇ ਹਿਰਦੇ ਦੇ ਖਜ਼ਾਨੇ ਵਿੱਚ ਪੁੰਨ ਹੈ, ਦੂਜਿਆਂ ਦਾ ਭਲਾ ਕਰਨਾ, ਪਰਉਪਕਾਰ ਕਰਨਾ, ਚੰਗੇ ਕਰਮ ਨੇ, ਉਹ ਸੱਚ ਦੀ ਬਾਣੀ ਨੂੰ, ਉਪਦੇਸ਼ ਨੂੰ, ਗਿਆਨ ਨੂੰ, ਸੁਣਾਏ ਦੇ ਅਰਥ ਹੈ ਦੂਜਿਆਂ ਨੂੰ ਵੰਡਦੇ ਨੇ, ਵਿਖਿਆਨ ਕਰ ਸਮਝਾਉਂਦੇ ਨੇ। ਪਿਆਰਿਓ, ਇੱਦਾਂ ਜਿਉਂ ਕੇ ਤਾਂ ਦੇਖੋ, ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ। ਜੇ ਉਪਦੇਸ਼ ਵਸ ਗਿਆ ਨਾ ਜਿਸ ਸੁਭਾਅ ਤੇ, ਉਹ ਸੁਭਾਅ ਬਦਲ ਗਿਆ, ਇਸ ਸੁਭਾਅ ਵਿੱਚੋਂ ਨਿਕਲਣ ਵਾਲੇ ਦੁੱਖ ਵੀ ਦੂਰ ਹੋ ਗਏ। ਜਿਹਦੇ ਕੌੜਾ ਬੋਲਣ ਦਾ ਸੁਭਾਅ ਹੈ, ਨੁਕਸ ਲੱਭਣ ਦਾ ਸੁਭਾਅ ਹੈ, ਨੁਕਸ ਲੱਭ ਕੇ ਤਾਨੇ ਮਿਹਣੇ ਮਾਰਨ ਦਾ ਸੁਭਾਅ ਹੈ, ਉਹਦੇ ਵਿੱਚੋਂ ਪਰਿਵਾਰ ਵਿੱਚ ਦੂਰੀਆਂ ਪੈਦਾ ਹੋਣਗੀਆਂ, ਉਹਨਾਂ ਦੂਰੀਆਂ ਦੇ ਵਿੱਚੋਂ ਕਨਫਿਊਜ਼ਨ ਪੈਦਾ ਹੋਣਗੇ, ਕਨਫਿਊਜ਼ਨ ਦੇ ਵਿੱਚੋਂ ਸਟ੍ਰੈਸ ਪੈਦਾ ਹੋਏਗਾ, ਉਹਦੇ ਵਿੱਚੋਂ ਨਫ਼ਰਤ ਪੈਦਾ ਹੋਏਗੀ, ਰਿਸ਼ਤੇ ਟੁੱਟਣਗੇ, ਉਹਦੇ 'ਚ ਦੁੱਖ ਪੈਦਾ ਹੋਏਗਾ, ਬੱਚੇ ਦੂਰ ਹੋ ਜਾਣਗੇ, ਹੱਥੋਂ ਨਿਕਲ ਜਾਣਗੇ, ਦੁੱਖ ਹੈ। ਜਦੋਂ ਗੁਰੂ ਦਾ ਉਪਦੇਸ਼ ਬਸ ਗਿਆ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਉਲਾਂਭਿਆਂ ਦੀ ਬਿਰਤੀ ਨਹੀਂ, ਇੱਕ ਦੂਸਰੇ ਨੂੰ ਹੌਸਲਾ ਦੇਣ ਦੀ ਬਿਰਤੀ। ਜਦੋਂ ਬਸ ਗਈ ਨਾ ਅੰਦਰ, ਆਪਣੇ ਆਪ ਹੀ ਇਹਦੇ ਵਿੱਚੋਂ ਜਿਹੜੇ ਸੁਭਾਅ ਦੇ ਵਿੱਚੋਂ ਦੁੱਖ ਪੈਦਾ ਹੁੰਦੇ ਸੀ,
ਉਹ ਜਦੋਂ ਦੁੱਖ ਸੁਭਾਅ ਹੀ ਬਦਲ ਗਿਆ, ਦੁੱਖ ਆਪਣੇ ਆਪ ਹੀ ਚਲੇ ਗਏ। ਇਸ ਲਈ ਗਿਆਨ ਰਤਨ ਸਾਚੈ ਸਹਿਜ ਸਮਾਏ, ਇਹ ਜੋ ਗਿਆਨ ਰਤਨ ਹੈ, ਸੋਝੀ ਜੋ ਹੈ, ਇਹਨੇ ਸੱਚ ਦੇ ਵਿੱਚ ਸਮਾ ਜਾਣਾ ਹੈ, ਇਹਨੇ ਸਹਿਜ ਬਖਸ਼ਣਾ ਹੈ। ਸੋਚ ਸਮਝ ਕੇ ਫੈਸਲਾ ਲੈਣਾ, ਸੋਚ ਸਮਝ ਕੇ ਬੋਲਣਾ। ਫਿਰ ਉਹ ਸੱਚ ਦੇ ਮਾਰਗ ਤੇ, ਸੱਚ ਦੇ ਰਸ ਵਿੱਚ, ਸੱਚੇ ਦੀ ਪ੍ਰੀਤ ਵਿੱਚ, ਸੱਚੇ ਦੇ ਗੁਣ ਵਿੱਚ ਸਮਾਏ ਰਹਿੰਦੇ ਨੇ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਉਹ ਸਮਾਏ ਰਹਿੰਦੇ ਨੇ। ਫਿਰ ਸਮਝ ਆਉਂਦੀ, ਨਾਵੈ ਜੇਵੜ ਹੋਰ ਧਨ ਨਾਹੀ ਕੋਏ, ਰੱਬੀ ਉਪਦੇਸ਼ ਤੋਂ ਬਿਨਾਂ ਤੇ ਰੱਬ ਦੀ ਮਿੱਠੀ ਮਿੱਠੀ ਯਾਦ ਤੋਂ ਬਿਨਾਂ ਹੋਰ ਕੋਈ ਧਨ ਨਹੀਂ ਹੈ। ਅਸਲੀ ਕਮਾਈ ਇਹ ਹੈ, ਜਿਸ ਨੂੰ ਬਖਸ਼ੇ ਸਾਚਾ ਸੋਏ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹਦੇ ਤੇ ਬਖਸ਼ਿਸ਼ ਕਰਦੇ ਨੇ, ਉਹਨੂੰ ਸੱਚੇ ਦੇ ਮਾਰਗ ਤੇ ਤੁਰਨ ਦਾ ਇੱਕ ਜਜ਼ਬਾ ਜਾਗਦਾ। ਪੂਰਾ ਸ਼ਬਦ ਮਨ ਵਸਾਏ, ਉਹ ਜੋ ਉਪਦੇਸ਼ ਹੈ, ਰੱਬੀ ਉਪਦੇਸ਼ ਸਦੀਵੀ ਹੈ, ਜੋ ਹਰ ਇੱਕ ਤੇ ਲਾਗੂ ਹੁੰਦਾ ਹੈ। ਉਹਨੂੰ ਜਦੋਂ ਮਨ ਮੰਨਦਾ ਹੈ ਤੇ ਮਨ ਵਿੱਚ ਵਸਦਾ ਹੈ। ਨਾਨਕ ਨਾਮ ਰਤੇ ਸੁਖ ਪਾਏ। ਇਹ ਨਾਨਕ ਜੀ, ਉਹ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਦੇ ਵਿੱਚ ਜਿੰਨਾ ਹੀ ਭਿੱਜ ਜਾਏਗਾ, ਜਿੰਨਾ ਇਸ ਨਾਲ ਪਿਆਰ ਕਰੇਗਾ, ਇਸ ਨੂੰ ਮੰਨੇਗਾ, ਤੁਹਾਨੂੰ ਆਤਮਿਕ ਸੁੱਖ ਮਿਲਦਾ ਹੈ। ਜਿੱਥੇ ਵੀ ਸੁੱਖ ਦੇ ਖੱਖੇ ਨੂੰ ਔਂਕੜ ਹੈ, ਉਹ ਸਿੰਗੂਲਰ ਨਾਉਨ ਹੈ, ਇੱਕ ਬਚਨ ਨਾਮ ਹੈ, ਉਹ ਆਤਮਿਕ ਸੁੱਖ ਹੈ। ਆਤਮਿਕ ਸੁੱਖ ਤਿੰਨ ਚੀਜ਼ਾਂ ਤੇ ਖੜਾ, ਅੰਦਰ ਸੰਤੁਸ਼ਟੀ, ਸਿਚੁਏਸ਼ਨ ਜੋ ਮਰਜੀ ਹੈ, ਸਰਕਮਸਟੈਂਸਸ ਜੋ ਮਰਜੀ ਨੇ, ਹਾਲਾਤ ਜੋ ਮਰਜੀ ਹੈ, ਅੰਦਰ ਸੰਤੁਸ਼ਟ ਹੈ। ਮੈਂ ਆਪਣੇ ਗੁਰੂ ਦਾ ਹਾਂ, ਮੇਰੇ ਗੁਰੂ ਪਾਤਸ਼ਾਹ ਨੇ ਰਹਿਮਤ ਕਰਨੀ, ਲਾਜ ਰੱਖਣੀ। ਮੈਂ ਆਪਣੇ ਵਾਹਿਗੁਰੂ ਜੀ ਦਾ ਹਾਂ, ਵਾਹਿਗੁਰੂ ਜੀ ਨੇ ਲਾਜ ਰੱਖਣੀ ਹੈ, ਸੰਤੁਸ਼ਟੀ ਹੈ। ਦੂਸਰੀ ਬਾਤ, ਉਹਦੇ ਕੋਲ ਸ਼ੁਕਰਾਨਾ ਹੈ। ਵਾਹਿਗੁਰੂ ਜੀ ਨੇ ਬਹੁਤ ਦਿੱਤਾ, ਬਹੁਤ ਦਿੱਤਾ, ਸ਼ੁਕਰ ਵਾਹਿਗੁਰੂ। ਸੰਤੁਸ਼ਟੀ ਤੇ ਸ਼ੁਕਰਾਨਾ ਜਿੱਥੇ ਹੈ, ਉੱਥੇ ਤੀਜੀ ਚੀਜ਼ ਆਨੰਦ ਹੈ। ਜਿੱਥੇ ਤਿੰਨ ਚੀਜ਼ਾਂ ਨੇ, ਸੰਤੁਸ਼ਟੀ, ਸ਼ੁਕਰਾਨਾ ਤੇ ਆਨੰਦ, ਉਹਨੂੰ ਸੁੱਖ ਕਹਿੰਦੇ ਨੇ। ਤੇ ਜਿਸ ਦੀ ਸੰਤੁਸ਼ਟੀ ਵਿੱਚੋਂ ਧਿਆਨ ਰੱਬ ਵੱਲ ਹੈ, ਜਿਸ ਦੀ ਸੁੱਖ ਸ਼ੁਕਰਾਨਾ ਰੱਬ ਦਾ ਹੈ, ਗੁਰੂ ਸਾਹਿਬ ਦਾ ਸ਼ੁਕਰਾਨਾ ਹੈ, ਜਿਹਦੇ ਅੰਦਰ ਆਨੰਦ ਦਾ ਸ਼ੁਕਰਾਨਾ ਹੈ, ਗੁਰੂ ਚੇਤੇ ਨੇ, ਵਾਹਿਗੁਰੂ ਜੀ ਚੇਤੇ ਨੇ, ਉਹ ਆਤਮਿਕ ਸੁੱਖ ਹੈ। ਆਸਾ ਮਹੱਲਾ ਤੀਜਾ, ਆਸਾ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅਗਲਾ ਸ਼ਬਦ। ਨਿਰਤ ਕਰੇ ਬਹੁ ਬਾਜੇ ਬਜਾਏ। ਸਾਜ਼ਾਂ ਦੇ ਨਾਲ ਦੁਨੀਆ ਧਾਰਮਿਕ ਗ੍ਰੰਥਾਂ ਦੀ ਬਾਣੀ ਨੂੰ ਗਾਉਂਦੀ ਹੈ, ਨੱਚਦੇ ਨੇ, ਟੱਪਦੇ ਨੇ, ਝੂਮਦੇ ਨੇ, ਪਰ ਸੁਭਾਅ ਨਿੰਦਕ ਹੈ, ਸੁਭਾਅ ਧੜੇਬੰਦੀਆਂ ਵਾਲਾ ਹੈ, ਸੁਭਾਅ ਆਪਣਾ ਸਵਾਰਥ ਪੂਰਾ ਕਰਨ ਵਾਸਤੇ ਚੁਸਤ ਚਲਾਕੀਆਂ ਵਾਲਾ ਹੈ, ਸੁਭਾਅ ਆਪਣੇ ਸਵਾਰਥ ਵਾਸਤੇ ਚਾਪਲੂਸੀਆਂ ਵਾਲਾ ਹੈ। ਇਹ ਮਨ ਅੰਧਾ ਬੋਲਾ ਹੈ, ਇਸ ਆਖ ਸੁਣਾਏ। ਇਹ ਆਪਣਾ ਮਨ ਹੀ ਅੰਧਾ ਹੈ, ਇਹਨੂੰ ਆਪਣੇ ਸੁਭਾਅ, ਆਪਣੇ ਸੋਚ ਦੀਆਂ ਕਮਜ਼ੋਰੀਆਂ ਹੀ ਨਹੀਂ ਦਿਸਦੀਆਂ। ਬੋਲਾ ਹੈ, ਸੁਣਨਾ ਵੀ ਨਹੀਂ ਚਾਹੁੰਦਾ, ਸੁਭਾਅ ਨੂੰ ਪਰਚੋਲਣਾ ਨਹੀਂ ਚਾਹੁੰਦਾ, ਤੇ ਕਿਸ ਨੂੰ ਆਖ ਕੇ ਸੁਣਾ ਰਿਹਾ ਹੈ। ਅੰਤਰ ਲੋਭ ਭਰਮ ਅਨਲ ਵਾਓ। ਅੰਦਰ ਲੋਭ ਹੈ, ਭੁਲੇਖਾ ਹੈ ਕਿ ਮੈਂ ਧਰਮੀ ਹਾਂ। ਜੇ ਸੁਭਾਅ ਨਿੰਦਕ ਹੈ, ਨਿੰਦਾ ਦਾ ਰਸ ਮਾਣਦਾ, ਸੁਭਾਅ ਦੂਸਰਿਆਂ ਤੇ ਪ੍ਰਭਾਵ ਪਾਉਣ ਵਾਸਤੇ ਗੁਮਾਨ, ਹੰਕਾਰ ਦਾ ਸਹਾਰਾ ਲੈਂਦਾ ਹੈ, ਚੁਸਤ ਚਲਾਕੀਆਂ, ਚਾਪਲੂਸੀਆਂ ਨਾਲ ਆਪਣਾ ਕੰਮ ਸਵਾਰਦਾ ਹੈ। ਅੰਦਰ ਤਾਂ ਭਰਮ ਹੈ, ਲੋਭ ਦੀਆਂ ਲਹਿਰਾਂ ਨੇ, ਤੇ ਵਾਓ ਝੱਖੜ ਚੱਲ ਰਿਹਾ। ਇਹਦੇ ਅੰਦਰ ਲੋਭ ਦੀਆਂ, ਭਰਮ ਦੀਆਂ ਲਹਿਰਾਂ ਦਾ ਝੱਖੜ ਚੱਲ ਰਿਹਾ ਹੈ। ਦੀਵਾ ਬਲੈ ਨਾ ਸੋਝੀ ਪਾਏ। ਫਿਰ ਝੱਖੜ 'ਚ ਦੀਵਾ ਕਿੱਥੇ ਜਲ ਜਾਏਗਾ? ਇਹਨੂੰ ਅਸਲੀ ਸੋਝੀ ਨਹੀਂ ਹੈ ਕਿ ਤੂੰ ਸੁਣ ਕੇ ਸੁਣਾ ਰਿਹਾ, ਇਹਦੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਵਿੱਚੋਂ ਨਹੀਂ ਹੈ, ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਨਹੀਂ ਹੈ। ਪੜ੍ਹ ਕੇ ਸੁਣਾ ਦੇਣਾ, ਸੁਣ ਕੇ ਸੁਣਾ ਦੇਣਾ, ਜਿਵੇਂ ਦੱਸਿਆ ਗਿਆ ਉਵੇਂ ਪਾਸ ਆਨ ਕਰੀ ਜਾਣਾ, ਇਹ ਨਹੀਂ ਗੱਲ ਬਣੇਗੀ। ਪਹਿਲਾਂ ਜ਼ਿੰਦਗੀ 'ਚ ਜਿਉਂ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਦੱਸ ਜੋ ਦੱਸਣਾ। ਇਹ ਜਿੰਨਾ ਚਿਰ ਲੋਭ ਦਾ, ਭਰਮ ਦਾ ਅੰਦਰ ਝੱਖੜ ਚੱਲ ਰਿਹਾ, ਲਹਿਰਾਂ ਚੱਲ ਰਹੀਆਂ ਨੇ, ਤਾਂ ਇੱਕ ਤੂਫਾਨ ਹੈ, ਇਹਦੇ 'ਚ ਦੀਵਾ ਕਿਵੇਂ ਬਲ ਸਕਦਾ ਹੈ?
ਤੈਨੂੰ ਅਸਲੀ ਸੋਝੀ ਆ ਹੀ ਨਹੀਂ ਸਕਦੀ। ਪਰ ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਕੇ ਆਪਾ ਵਾਰਦੇ ਨੇ, ਗੁਰਮੁਖ ਭਗਤ ਘਟ ਚਾਨਣ ਹੋਏ। ਉਹਨਾਂ ਦਾ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ ਆਪਾ ਵਾਰਨਾ ਹੀ ਭਗਤੀ ਹੈ। ਉਹਨਾਂ ਦੇ ਹਿਰਦੇ ਵਿੱਚ ਸੋਝੀ ਹੈ। ਉਹ ਹਿਰਦੇ ਦੀ ਸੋਝੀ ਉਹਨਾਂ ਦਾ ਚਾਨਣ ਹੈ। ਆਖੋ ਵਾਹਿਗੁਰੂ। ਆਪ ਪਛਾਣ ਮਿਲੈ ਪ੍ਰਭ ਸੋਏ ਰਹਾਓ। ਉਹਨਾਂ ਨੂੰ ਆਪਣੇ ਆਪ ਦੀ ਪਹਿਚਾਣ ਆ ਗਈ। ਜਦੋਂ ਆਪਣੇ ਆਪ ਦੀ ਪਹਿਚਾਣ ਆਈ, ਅੰਦਰੋਂ ਪ੍ਰਭੂ ਦੀ ਪਹਿਚਾਣ ਆ ਗਈ। ਆਪਣੇ ਆਪ ਮਿਲਾਪ ਹੋਇਆ। ਤੇਰੇ ਮਾਰਗ ਬੜਾ ਚੰਗਾ ਲੱਗਦਾ। ਰਹਾਓ ਸੈਂਟਰਲ ਆਈਡੀਆ ਸ਼ਬਦ ਦਾ। ਗੁਰਮੁਖ ਨਿਰਤ ਹਰ ਲਾਗੈ ਭਾਓ। ਸਤਿਗੁਰੂ ਜੀ ਕਹਿੰਦੇ ਕੋਈ ਫਿਜ਼ੀਕਲੀ ਝੂਮਦਾ, ਸਰੀਰਕ ਤੌਰ ਤੇ ਝੂਮਦਾ, ਸਰੀਰਕ ਤੌਰ ਤੇ ਨੱਚਦਾ ਟੱਪਦਾ ਭਗਤੀ ਵਿੱਚ, ਇਹ ਕੋਈ ਮਾਇਨੇ ਨਹੀਂ ਰੱਖਦਾ। ਜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨ ਕੇ ਰੱਬ ਦੇ ਪਿਆਰ ਵਿੱਚ ਤੇ ਰੱਬ ਦੇ ਭੈ ਵਿੱਚ ਜਿਉਂਦਾ ਹੈ, ਇਹੀ ਉਹਦਾ ਝੂਮਣਾ ਹੈ, ਇਹੀ ਨਾਚ ਹੈ। ਪੂਰੇ ਤਾਲ ਵਿੱਚ ਆਪ ਗਵਾਏ ਤੇ ਅੰਦਰੋਂ ਉਹ ਸੁਭਾਅ ਸੋਚ ਦੀਆਂ ਬਿਰਤੀਆਂ ਖਤਮ ਕਰ ਲੈਣੀਆਂ ਜਿਹੜੀਆਂ ਗੁਰੂ ਉਪਦੇਸ਼ ਅਨੁਸਾਰ ਨਹੀਂ ਹੈ। ਇਹੀ ਤਾਲ ਵਜਾਉਣਾ ਹੈ। ਗੱਲ ਤੇ ਅੰਦਰਲੇ ਜੀਵਨ ਦੀ ਹੈ। ਮੇਰਾ ਪ੍ਰਭ ਸਾਚਾ ਆਪੇ ਜਾਣ। ਉਹ ਜੋ ਪ੍ਰਭੂ ਹੈ, ਮੇਰਾ ਪ੍ਰਭ ਸਾਚਾ ਆਪੇ ਜਾਣ। ਉਹ ਜੋ ਪ੍ਰਭੂ ਹੈ, ਵਾਹਿਗੁਰੂ ਜੀ ਹੈ, ਸੁਪਰੀਮ ਪਾਵਰ, ਆਲਮਾਈਟੀ। ਉਹ ਸਾਨੂੰ ਪਹਿਚਾਣਦੇ ਨੇ, ਸਾਡੇ ਜਾਣੂ ਨੇ, ਉਹਨਾਂ ਨੂੰ ਸਭ ਪਤਾ ਹੈ, ਉਹ ਅੰਤਰਜਾਮੀ ਨੇ। ਇਹ ਅੰਦਰਲਾ ਜੀਵਨ ਦੁਨੀਆ ਤੋਂ ਛੁਪਾਇਆ ਜਾ ਸਕਦਾ, ਰੱਬ ਤੋਂ ਨਹੀਂ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਇਸ ਲਈ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਮਹਿਸੂਸ ਹੁੰਦਾ ਕਿ ਰੱਬ ਮੇਰੇ ਅੰਦਰ ਹੈ। ਜਦੋਂ ਇਹ ਅਹਿਸਾਸ ਹੋ ਗਿਆ ਤਾਂ ਉਹਦਾ ਭੈ ਜਾਗੇਗਾ, ਉਹਦੀ ਪ੍ਰੀਤ ਗੂੜੀ ਹੋਏਗੀ। ਫਿਰ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨਣਾ ਬੜਾ ਚੰਗਾ ਲੱਗੇਗਾ ਤੇ ਇਹੀ ਜੀਵਨ ਭਗਤੀ ਬਣ ਜਾਏਗਾ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ। ਅੰਦਰ ਜੋ ਪ੍ਰੀਤ ਹੈ, ਗੂੜਾ ਪਿਆਰ ਹੈ ਗੁਰੂ ਪਾਤਸ਼ਾਹ ਦੇ ਹੁਕਮ ਮੰਨਣ ਦਾ, ਉਹਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣ ਦਾ, ਇਹੀ ਭਗਤੀ ਹੈ। ਇਹਾ ਭਗਤ ਜਨ ਜੀਵਤ ਮਰੈ। ਇਹ ਐਸੀ ਭਗਤੀ ਹੈ, ਇਹਦੇ ਨਾਲ ਮਨੁੱਖ ਜਨ ਬਣਦਾ ਹੈ, ਚਾਕਰ, ਦੂਸਰਿਆਂ ਲਈ ਜਿਉਣਾ ਸਿੱਖਦਾ ਹੈ, ਅੰਦਰੋਂ ਆਤਮਿਕ ਜੀਵਨ ਜਿਉਂਦਾ ਹੈ ਤੇ ਦੁਨਿਆਵੀ ਰਸਾਂ ਕਸਾਂ ਵਾਲੇ ਪਾਸੇ ਤੋਂ ਮਰ ਜਾਂਦਾ ਹੈ। ਗੁਰ ਪ੍ਰਸਾਦੀ ਭਵ ਜਲ ਤਰੈ। ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੇ ਉਪਦੇਸ਼ ਮੰਨਣ ਨਾਲ ਗੁਰੂ ਦੇ ਉਪਦੇਸ਼ ਦੀ ਕਿਰਪਾ ਹੁੰਦੀ ਹੈ। ਅੰਦਰ ਜਿਹੜੀਆਂ ਵਿਚਾਰਾਂ ਸੋਚਾਂ ਦੀਆਂ ਲਹਿਰਾਂ ਨੇ, ਇਹਦੇ 'ਚ ਡੁੱਬਣ ਤੋਂ ਬਚ ਜਾਂਦਾ ਹੈ। ਗੁਰ ਕੈ ਬਚਨ ਭਗਤ ਥਾਏ ਪਾਏ। ਉਹ ਜੋ ਰੱਬੀ ਉਪਦੇਸ਼ ਹੈ, ਗੁਰੂ ਉਪਦੇਸ਼ ਦੇ ਜੋ ਵਚਨ ਨੇ, ਉਹਦੇ ਨਾਲ ਫਿਰ ਜੀਵਨ ਜਿਉਣ ਦੀ ਯੁਕਤ ਆਉਂਦੀ। ਉਹ ਅਸਲੀ ਭਗਤੀ ਹੈ ਤੇ ਅਸਲੀ ਟਿਕਾਣਾ ਹੈ, ਉਹ ਪ੍ਰਾਪਤ ਹੋ ਜਾਂਦਾ। ਹਰ ਜੀਉ ਆਪ ਵਸੈ ਮਨ ਆਏ। ਫਿਰ ਹਰ ਜੀ, ਰੱਬ ਆਪ ਮਨ ਵਿੱਚ ਵਸਦੇ ਨੇ। ਵਿਚਾਰਾਂ, ਰੱਬੀ ਵਿਚਾਰਾਂ ਅੰਦਰ ਉਤਪੰਨ ਹੁੰਦੀਆਂ ਨੇ, ਫੁਰਦੀਆਂ ਨੇ। ਮਨ ਵਿੱਚ ਰੱਬੀ ਸੋਚ ਹੁੰਦੀ ਹੈ। ਗੁਰੂ ਪਾਤਸ਼ਾਹ ਦਾ ਮਿਸ਼ਨ ਹੁੰਦਾ ਹੈ। ਗੁਰੂ ਪਾਤਸ਼ਾਹ ਦੇ ਮਿਸ਼ਨ ਤੇ ਪਿਆਰ ਹੈ, ਜਜ਼ਬਾ ਹੈ, ਜਨੂਨ ਹੈ, ਆਪਾ ਵਾਰਨ ਦੀ ਖਿੱਚ ਹੈ। ਸਮਝ ਲਓ ਰੱਬ ਆਪ ਵਸ ਗਿਆ ਅੰਦਰ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਫਿਰ ਉਹਨਾਂ ਦਾ ਸਤਿਗੁਰ ਸਰੂਪ ਦੇ ਨਾਲ ਮਿਲਾਪ ਹੁੰਦਾ। ਉਹ ਸੱਚਾ ਗਿਆਨ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਹੈ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਨਾ, ਉਹ ਸਤਿਗੁਰ ਸਰੂਪ ਹੈ। ਉਹਦੇ ਨਾਲ ਮਿਲਾਪ ਹੁੰਦਾ ਹੈ। ਨਿਹਚਲ ਭਗਤ ਹਰ ਸਿਉ ਚਿੱਤ ਲਾਏ। ਫਿਰ ਹਰ ਵੇਲੇ ਚੇਤਾ ਸ਼ਕਤੀ ਰੱਬ ਨਾਲ ਜੁੜਦੀ ਹੈ। ਭਾਵ ਹਰ ਵੇਲੇ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਵਿੱਚ ਰਸ ਚੱਲਦਾ ਹੈ। ਇਹ ਨਿਹਚਲ ਭਗਤੀ ਹੈ, ਇਹ ਅਡੋਲ ਭਗਤੀ ਹੈ। ਭਗਤ ਰਤੇ ਤਿੰਨ ਸੱਚੀ ਸੋਏ। ਜਿਹੜੇ ਇਸ ਭਗਤੀ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ, ਵਾਹਿਗੁਰੂ ਜੀ ਦੀ ਭੈ ਪਾਵਨੀ ਵਿੱਚ ਫੈਸਲਾ ਲੈਂਦੇ ਨੇ, ਦੂਸਰਿਆਂ ਲਈ ਜਿਉਣ ਲਈ ਆਪਾ ਵਾਰਦੇ ਨੇ, ਉਹਨਾਂ ਦੀ ਫਿਰ ਸੱਚੀ ਸ਼ੋਭਾ ਹੁੰਦੀ ਹੈ। ਅਸਲੀ ਸ਼ੋਭਾ ਉਹਨਾਂ ਦੀ ਹੁੰਦੀ ਹੈ, ਅਸਲੀ ਵਡਿਆਈ ਉਹਨਾਂ ਦੀ ਹੁੰਦੀ ਹੈ। ਨਾਨਕ ਨਾਮ ਰਤੇ ਸੁਖ ਹੋਏ। ਇਹ ਨਾਨਕ ਜੀ ਗਿਆਨ ਰੂਪੀ ਨਾਮ ਵਿੱਚ ਵੀ ਸਮਾਏ ਰਹਿੰਦੇ ਨੇ
ਤੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਰੂਪੀ ਨਾਮ ਵਿੱਚ ਵੀ ਅੰਦਰੋਂ ਭਿੱਜੇ ਰਹਿੰਦੇ ਨੇ। ਉਹਨਾਂ ਕੋਲੇ ਆਤਮਿਕ ਸੁੱਖ ਹੁੰਦਾ, ਉਹ ਆਤਮਿਕ ਸੁੱਖ ਵਿੱਚ ਅੰਦਰ ਮਸਤ ਇੱਕ ਜਨੂਨ ਖੀਵੇ ਹੋਏ ਆਪਣੇ ਮਿਸ਼ਨ ਤੇ ਵੱਧਦੇ ਰਹਿੰਦੇ ਨੇ। ਉਹ ਆਤਮਿਕ ਸੁੱਖ ਅੰਦਰ ਸੰਤੁਸ਼ਟੀ, ਸ਼ੁਕਰਾਨਾ ਤੇ ਆਨੰਦ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਸੀਂ ਗੁਰਬਾਣੀ ਦੇ ਸੰਦੇਸ਼ ਘਰ ਘਰ ਤੱਕ ਲਿਜਾਈਏ ਔਰ ਦੂਸਰਿਆਂ ਨੂੰ ਪ੍ਰੇਰਿਤ ਕਰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।